अस्सलाम वालेकुम। बंदा आशिक मजाज होवे ना ते सोहनी कुड़ी ताके धक्के नाल ही मूँह च पानी आ जाता है, उहदे कोलों बर्दाश्त नहीं होंदा। बेशक कोई शादीशुदा भी होवे उहनूं इस चीज़ की परवाह नहीं होंदी। इत्थे एक नौजवान आया अक्सर गोरियां नूं इत्थे सीटियां मारदा रहिंदा सी, उहनां नूं गल्लां भी मारदा रहिंदा, लेकिन उहदे अग्गों हस पैंदियां सी। पाकिस्तान नौजवान गया तो अक्सर कुड़ियां नूं जिहड़ा बड़े गौर नाल तकदा, उहनां नूं गल्लां भी मारदा, सिर तो लैके पैरां तक तकदा सी, ते अक्सर जनानी नाल भी होंदी सी। जनानी ने कई बारी आख्या तुसीं कि किसी दियां धीआं भैणां नूं इतने गौर नाल तकदे हो? आंदा मैं किहड़ा गंदी नीयत नाल तकना, मेरी तां उंज नज़र पै जांदी आ। ਉਹ ਕਹਿੰਦੀ ਮੈਨੂੰ ਪਤਾ ਜਿਹੜੀ ਤੁਹਾਡੀ ਨਜ਼ਰ ਪੈ ਜਾਂਦੀ ਹੈ। ਜਵਾਨ ਇੱਕ ਦਿਨ ਬੈਠਿਆ ਸੀ ਟ੍ਰੇਨ ਸਟੇਸ਼ਨ ਦੇ ਪਿੰਡੀ, ਉੱਥੇ ਇੱਕ ਕੁੜੀ ਆਈ, ਉਹਨੇ ਨਕਾਬ ਕੀਤਿਆ ਸੀ ਤੇ ਐਡੀਆਂ ਮੋਟੀਆਂ ਉਹਦੀਆਂ ਅੱਖਾਂ ਤੇ ਚਿੱਟੇ ਸਫੈਦ ਉਹਦੇ ਹੱਥ, ਤੇ ਇੱਕ ਵਾਰੀ ਇੱਧਰ ਜਾਂਦੀ ਸੀ, ਇੱਕ ਵਾਰੀ ਇੱਧਰ ਜਾਂਦੀ। ਜਵਾਨ ਕਹਿੰਦਾ ਮੈਂ ਉਹਦੇ ਵੱਲ ਤੱਕੀ ਜਾ, ਮੈਨੂੰ ਇੰਝ ਲੱਗਦਾ ਸੀ ਕਿ ਬੜੀ ਸੋਹਣੀ ਕੁੜੀ ਇੰਝ ਵਾਂਗਾਰ ਪਤਲੀ ਸੀ। ਕਹਿੰਦਾ ਮੇਰੀ ਬੀਵੀ ਕਹਿੰਦੀ ਤੁਸੀਂ ਕਿਹਦੇ ਵੱਲੋਂ ਬਾਰ-ਬਾਰ ਤੱਕਦੇ ਹੋ ਪਏ, ਤੁਹਾਡੀ ਨਜ਼ਰ ਹੀ ਨਹੀਂ ਥੱਲੇ ਪਈ ਹੁੰਦੀ। ਕਹਿੰਦਾ ਨਹੀਂ ਮੈਂ ਤੱਕ ਰਿਹਾ, ਕੁੜੀ ਪਰੇਸ਼ਾਨ ਹੈ, ਇਹਨੂੰ ਲੱਗਦਾ ਕੋਈ ਟੈਨਸ਼ਨ ਹੈ, ਤੂੰ ਜਾ ਕੇ ਇਹਨੂੰ ਪੁੱਛ ਇਹਨੂੰ ਕੀ ਪਰੇਸ਼ਾਨੀ ਆਉਂਦੀ ਹੈ। ਰਹਿਣ ਦਿਓ ਤੁਸੀਂ, ਅਸੀਂ ਇੱਥੋਂ ਕਰਾਚੀ ਜਾਣਾ, ਸਾਡਾ ਕੀ ਲੈਣਾ ਦੇਣਾ ਇਹਦੇ ਨਾਲ, ਆਪੇ ਕਿਸੇ ਨੂੰ ਦੱਸ ਲਵੇਗੀ ਜਿਹੜੀ ਇਹਨੂੰ ਟੈਨਸ਼ਨ ਹੋਈ। ਕਹਿੰਦਾ ਮੈਂ ਕਿਹਾ ਨਹੀਂ ਤੂੰ ਜਾ ਕੇ ਇਹਦੇ ਕੋਲ ਪੁੱਛ। ਕਹਿੰਦਾ ਜਿਉਂ ਹੀ ਉਹ ਬੈਂਚ ਤੇ ਬੈਠੀ, ਮੈਂ ਜ਼ਬਰਦਸਤੀ ਆਪਣੀ ਬੀਵੀ ਨੂੰ ਉਹਦੇ ਕੋਲ ਤੁਰਿਆ, ਜਾ ਕੇ ਉਹਦੇ ਕੋਲ ਪੁੱਛ ਉਹਨੂੰ ਪਰੇਸ਼ਾਨੀ ਕੀ ਹੈ। ਕਹਿੰਦਾ ਪਹਿਲਾਂ ਤੇ ਬੀਵੀ ਮੇਰੀ ਜਾਣ ਨੂੰ ਰਾਜ਼ੀ ਕੋਈ ਨਹੀਂ ਸੀ, ਮੈਂ ਜ਼ਬਰਦਸਤੀ ਉਹਨੂੰ ਟੋਰਿਆ, ਮੈਂ ਕਿਹਾ ਮਦਦ ਕਰਨੀ ਚਾਹੀਦੀ ਹੈ। ਕਹਿੰਦਾ ਮੈਨੂੰ ਉਂਝ ਵੀ ਬੜਾ ਤਰਸ ਆ ਜਾਂਦਾ ਲੋਕਾਂ ਤੇ, ਕਹਿੰਦਾ ਕੁੜੀ ਹੋਵੇ ਤਾਂ ਮੈਨੂੰ ਹੋਰ ਜ਼ਿਆਦਾ ਤਰਸ ਆ ਜਾਂਦਾ। ਕਹਿੰਦਾ ਬੀਵੀ ਨੂੰ ਮੈਂ ਜ਼ਬਰਦਸਤੀ ਉਹਦੇ ਕੋਲ ਟੋਰਿਆ, ਬੀਵੀ ਜਾ ਕੇ ਉਹਦੇ ਨਾਲ ਗੱਲਾਂ ਛੱਲਾ ਕਰਨ ਲੱਗ ਪਈ। ਕਹਿੰਦਾ ਥੋੜੀ ਦੇਰ ਬਾਅਦ ਜਿਸੇ ਬੀਵੀ ਕੋਲ ਨਾ ਆਈ, ਕਹਿੰਦਾ ਮੈਂ ਆਪੂ ਉੱਠ ਕੇ ਕੋਲ ਟੁਰ ਗਿਆ ਜਾ ਕੇ। ਕਹਿੰਦਾ ਮੈਂ ਪਾਣੀ ਦੀ ਬੋਤਲ ਹੱਥ 'ਚ ਫੜੀ ਸੀ, ਮੈਂ ਉਹਨੂੰ ਜਾ ਕੇ ਕੁੜੀ ਨੂੰ ਪੁੱਛਿਆ ਮੈਂ ਕਿਹਾ ਪਾਣੀ ਪੀਣਾ? ਕਹਿੰਦਾ ਉਹਨੇ ਫਟੋਫਟ ਪਾਣੀ ਦੀ ਬੋਤਲ ਫੜ ਕੇ ਤੇ ਪਾਣੀ ਪੀਣ ਲੱਗ ਪਈ। ਕਹਿੰਦਾ ਨਕਾਬ ਉਹਨੇ ਕੀਤਾ ਸੀ, ਦੁਪੱਟਾ ਥੋੜਾ ਉੱਤੇ ਕਰਕੇ ਉਹਨੇ ਪਾਣੀ ਪੀ ਲਿਆ। ਕਹਿੰਦਾ ਮੈਂ ਬੀਵੀ ਨੂੰ ਪੁੱਛਿਆ ਕਿ ਪਰੇਸ਼ਾਨੀ ਸੀ? ਕਹਿੰਦੀ ਜੀ ਮੈਂ ਘਰੋਂ ਆਈ ਹਾਂ, ਮੈਨੂੰ ਘਰੋਂ ਕੱਢ ਦਿੱਤਾ ਨੇ, ਤੇ ਮੈਂ ਜਿਹੜਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜੇ ਪਾਸੇ ਜਾਣਾ, ਮੇਰੇ ਕੋਲ ਟਿਕਟ ਵੀ ਕੋਈ ਨਹੀਂ, ਮੈਂ ਵੀ ਕਰਾਚੀ ਜਾਣਾ ਹੈ ਲੇਕਿਨ ਮੇਰੇ ਕੋਲ ਪੈਸੇ ਕੋਈ ਨਹੀਂ ਹੈ। ਕਹਿੰਦਾ ਮੈਂ ਕੋਲ ਹੀ ਬੈਠਿਆ ਸਾਂ, ਮੈਂ ਬੀਵੀ ਨੂੰ ਸਾਈਡ ਤੇ ਕਰਕੇ ਨਾ ਮੈਂ ਕਿਹਾ ਗੱਲ ਸੁਣ, ਇਹਨੂੰ ਜਿਹੜਾ ਨਾ ਟਿਕਟ ਅਸੀਂ ਕਰਾ ਦਿੰਦੇ ਆ, ਕੋਈ ਮਸਲਾ ਨਹੀਂ। ਬੀਵੀ ਕਹਿੰਦੀ ਅਸੀਂ ਕਿਉਂ ਕਰਾ ਕੇ ਦਈਏ, ਸਾਨੂੰ ਕੀ ਪਤਾ ਕੌਣ ਹੈ ਕੌਣ ਨਹੀਂ। ਅੱਜ ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਜਿਹੜੇ ਬੜੇ ਫਰਾਡੀ ਨੇ, ਉਹ ਕਹਿੰਦੇ ਕੋਈ ਫਰਾਡੀ ਸ਼ਾਡੀ ਨਹੀਂ, ਕੋਈ ਨਹੀਂ ਫਰਕ ਪੈਂਦਾ, ਟਿਕਟ ਇਹਨੂੰ ਲੈ ਦਿੰਦੇ ਆ। ਕਹਿੰਦੇ ਅੱਛਾ ਠੀਕ ਹੈ ਤੁਹਾਡੀ ਮਰਜ਼ੀ। ਕਹਿੰਦਾ ਮੈਂ ਜਾ ਕੇ ਨਾ ਉੱਥੋਂ ਟਿਕਟ ਲੈਣ ਦੀ ਉਹਦੀ ਆਪਣੇ ਨਾਲ ਹੀ ਉਹਨੂੰ ਬਿਠਾ ਲਿਆ। ਕਹਿੰਦਾ ਹਾਲਾਂਕਿ ਸਾਡੇ ਕੋਲ ਬਰਥ ਵੀ ਹੈ ਸੀ ਟ੍ਰੇਨ 'ਚ। ਕਹਿੰਦਾ ਨਾਲ ਬੈਠੀ ਤੇ ਕਹਿੰਦਾ ਮੈਂ ਉਹਦੇ ਵੱਲ ਤੱਕੀ ਜਾ। ਕਹਿੰਦਾ ਥੱਲੋਂ ਗਿਆ, ਜਾ ਕੇ ਉਹਦੇ ਵਾਸਤੇ ਬੋਤਲ ਲੈ ਕੇ ਆਇਆ, ਸਮੋਸੇ ਲੈਣ ਦੇ, ਪਕੌੜੇ ਲੈਣ ਦੇ। ਕਹਿੰਦਾ ਸਾਰੇ ਰਾਹ ਮੈਂ ਉਹਦੇ ਤੋਂ ਨਜ਼ਰ ਨਹੀਂ ਢਾਈ, ਇਸ ਤਰ੍ਹਾਂ ਮੈਂ ਉਹਦੇ 'ਚ ਨਜ਼ਰ ਖੋਬੀ ਸੀ, ਇਤਨੀਆਂ ਸੋਹਣੀਆਂ ਉਹਦੀਆਂ ਅੱਖਾਂ ਸੀ। ਕਹਿੰਦਾ ਬੀਵੀ ਮੇਰੀ ਜਿਹੜੀ ਯਾਰ ਮੇਰੇ ਤੇ ਗੁੱਸਾ ਕਰ ਗਈ, ਮੈਨੂੰ ਕਹਿੰਦੀ ਹੈ ਤੁਸੀਂ ਕਿ ਇਹਦੀ ਛੱਡਦੇ ਨਹੀਂ ਪਏ ਖੱਤਾ, ਲਗਾਤਾਰ ਤੱਕੀ ਜਾਂਦੇ ਹੋ, ਇਹਦੇ ਮਗਰ ਹੋਏ ਹੋ ਤੁਸੀਂ, ਨਾ ਮੈਨੂੰ ਪੁੱਛਦੇ ਹੋ ਪਏ ਪਾਣੀ ਦਾ, ਨਾ ਮੈਨੂੰ ਬੋਤਲ ਲਿਆ ਕੇ ਦਿੱਤੀ ਜੇ, ਬੋਤਲ ਸਿੱਧੀ ਤੁਸੀਂ ਇਹਨੂੰ ਲਿਆ ਕੇ ਦਿੱਤੀ ਹੈ ਜਿਸ ਤਰ੍ਹਾਂ ਇਹ ਤੁਹਾਡੀ ਜਨਾਨੀ ਹੈ। ਕਹਿੰਦਾ ਮੈਂ ਦਿਲ 'ਚ ਸੋਚਿਆ ਕਾਸ਼ ਇਹ ਮੇਰੀ ਜਨਾਨੀ ਹੁੰਦੀ, ਤੇਰੇ ਜੀ ਨਾ ਹੁੰਦੀ ਚੱਬੜ ਜੀ। ਕਹਿੰਦਾ ਬਹਰਹਾਲ ਨਾ ਮੈਂ ਦਿਲ 'ਚ ਹੀ ਸਾਰੀਆਂ ਗੱਲਾਂ ਕੀਤੀਆਂ। ਕਹਿੰਦਾ ਜਿਸ ਵੇਲੇ ਕਰਾਚੀ ਅਸੀਂ ਪਹੁੰਚੇ, ਕਰਾਚੀ ਪਹੁੰਚ ਕੇ ਉਹਨੂੰ ਆਖਿਆ ਹੁਣ ਤੁਸੀਂ ਕਿਸ ਤਰ੍ਹਾਂ ਆਪਣੇ ਘਰ ਜਾਣਾ? ਉਹਨੇ ਆਖਿਆ ਜੀ ਮੇਰੇ ਕੋਲ ਤੇ ਪੈਸੇ ਹੀ ਕੋਈ ਨਹੀਂ ਕਿਰਾਏ ਦੇ। ਕਹਿੰਦੇ ਬੀਵੀ ਕਹਿੰਦੀ ਹਾਲਾ ਜੇ ਦੇਣੇ ਜੇ ਤੇ ਰਕਸ਼ਾ ਕਰਾ ਦਿਓ ਸੂ ਤੇ ਆਪਣੇ ਘਰ ਲੱਗੀ ਜਾਂਦੀ ਹੈ। ਕਹਿੰਦਾ ਇਹ ਕੋਈ ਪਤਾ ਹੈ ਘਰ ਹੀ ਤੇ ਤੋੜ ਛੱਡ ਕੇ ਆਵੀਏ ਸੂ ਤਾਂ ਕਿ ਕੋਈ ਪਰੇਸ਼ਾਨੀ ਨਾ ਨੂੰ ਬਣੇ। ਬੀਵੀ ਕਹਿੰਦੀ ਹੈ ਛੱਡ ਦਿਓ ਬਸ ਕਰੋ ਸੂ, ਹੁਣ ਤੁਸੀਂ ਕਿੱਥੋਂ ਨਾਲ ਜਾਣਾ ਇਹਦੇ, ਅਸੀਂ ਚੱਲੀਏ ਆਪਣੇ ਘਰ। ਕਹਿੰਦਾ ਨਾ ਇਹਨੂੰ ਛੱਡ ਕੇ ਆਵੀਏ ਤੋੜ। ਕਹਿੰਦਾ ਮੈਂ ਜ਼ਬਰਦਸਤੀ, ਮੈਂ ਸਿਰਫ ਇਹਦਾ ਘਰ ਤੱਕਣਾ ਚਾਹੁੰਦਾ ਸਾਂ, ਇਹਦਾ ਘਰ ਕਿੱਥੇ ਹੈ? ਕਹਿੰਦਾ ਜਿਸ ਵੇਲੇ ਅਸੀਂ ਉੱਥੇ ਗਏ ਨਾਲ ਬਹਿ ਕੇ ਬੀਵੀ ਰਾਜ ਬੜਾ ਗੁੱਸਾ ਕੀਤਾ ਕਿਉਂਕਿ ਮੈਂ ਤਾਂ ਖੱਤਾ ਛੱਡਣ ਨੂੰ ਤਿਆਰ ਨਹੀਂ ਸੀ। ਕਹਿੰਦਾ ਮੇਰਾ ਇਹ ਦਿਲ ਸੀ ਇੱਕ ਵਾਰੀ ਮੈਨੂੰ ਘਰ ਦਾ ਪਤਾ ਲੱਗੇ ਤੇ ਅੱਗੋਂ ਮੈਂ ਫੇਰ ਵੀ ਇਹਦੇ ਘਰ ਆ ਜਾਵਾਂਗਾ। ਕਹਿੰਦਾ ਜਿਸ ਵੇਲੇ ਉਹਦੇ ਘਰ ਗਏ ਅੱਗੇ ਤੱਕਿਆ ਤੇ ਤਾਲਾ ਲੱਗਿਆ। ਕਹਿੰਦਾ ਤਾਲਾ ਲੱਗਿਆ ਤੇ ਅੱਗੋਂ ਰੋਣ ਲੱਗ ਪਈ ਬੜੇ ਜ਼ੋਰ ਦਾ। ਪੁੱਛਿਆ ਬੀਵੀ ਮੇਰੀ ਨੇ ਕਿ ਕੀ ਹੋਈ? ਕਹਿੰਦੀ ਨਹੀਂ ਮੈਨੂੰ ਪਤਾ ਹੀ ਕੋਈ ਨਹੀਂ, ਕਿੱਧਰ ਗਏ ਨੇ, ਲੱਗਦਾ ਘਰ ਛੱਡ ਗਏ ਨੇ ਇਸ ਤਰ੍ਹਾਂ। ਕਹਿੰਦਾ ਬੜਾ ਰੋਈ ਜੇ। ਕਹਿੰਦਾ ਮੈਂ ਆਖਿਆ ਇਹ ਚੰਗੀ ਗੱਲ ਹੈ, ਅਸੀਂ ਆਖਿਆ ਫਿਕਰ ਨਾ ਕਰ, ਤੂੰ ਚੱਲ ਸਾਡੇ ਨਾਲ ਤੇ ਫਿਰ ਜਾ ਕੇ ਘਰ ਕਿਸੇ ਨੂੰ ਫੋਨ ਕਰ ਲੈ, ਜਾਂ ਤੂੰ ਵਾਪਸ ਜਾਣਾ ਤੇ ਵਾਪਸ ਟੁਰ ਜੀ। ਉਹਨੇ ਆਖਿਆ ਵਾਪਸ ਵੀ ਮੇਰਾ ਕੋਈ ਨਹੀਂ, ਇਹ ਸਾਡਾ ਘਰ ਸੀ, ਇੱਥੇ ਵੀ ਤਾਲਾ ਲੱਗੇ ਹੈ। ਕਹਿੰਦਾ ਬਹਰਹਾਲ ਉਹਨੂੰ ਅਸੀਂ ਆਪਣੇ ਨਾਲ ਘਰ ਲੈਣ ਦਾ। ਕਹਿੰਦਾ ਅੱਗੋਂ ਅੱਬਾ ਜੀ ਤੱਕ ਕੇ ਹੈਰਾਨ ਹੋ ਗਏ ਇਹ ਕੁੜੀ ਕੌਣ ਹੈ? ਕਹਿੰਦਾ ਉਹਨੇ ਨਕਾਬ ਕੋ ਨਾ ਲਾਇਆ। ਕਹਿੰਦਾ ਨਕਾਬ ਉਹਨੇ ਉਸ ਤਰ੍ਹਾਂ ਹੀ ਕੀਤੇ, ਚਿੱਟੇ ਸਫੈਦ ਹੱਥ। ਕਹਿੰਦਾ ਅੱਬਾ ਜੀ ਵੀ ਜੂੰ ਉਹਦੇ ਵੱਲ ਤੱਕਣ ਲੱਗੇ, ਨਜ਼ਰ ਹੀ ਨਾ ਢਾਣ। ਕਹਿੰਦਾ ਉਹਦੇ ਵੱਲ ਤੱਕੀ ਜਾਣ। ਕਹਿੰਦਾ ਮੇਰੇ ਨਾਲ ਤਾਂ ਜ਼ਿਆਦਾ ਇੰਝ ਲੱਗਦਾ ਸੀ ਪਿਆ ਅੱਬਾ ਜੀ ਜ਼ਿਆਦਾ ਠਰਕੀ ਨੇ। ਕਹਿੰਦਾ ਅੰਮਾ ਜੀ ਨੇ ਪੁੱਛਿਆ ਕੁੜੀ ਕੌਣ ਹੈ? ਕਹਿੰਦਾ ਆਖਿਆ ਇਸ ਤਰ੍ਹਾਂ ਉੱਥੇ ਪਿੰਡੀ ਸਟੇਸ਼ਨ ਤੇ ਮਿਲੀ ਹੈ, ਬੜੀ ਪਰੇਸ਼ਾਨ ਹੈ ਤੇ ਇਹਨੂੰ ਇਹਦੇ ਘਰਦਿਆਂ ਨੇ ਉੱਥੋਂ ਕੱਢ ਦਿੱਤਾ ਹੈ ਤੇ ਇਹ ਜਿਹੜੀ ਹੈ ਸਾਡੇ ਨਾਲ ਆਈ ਹੈ ਇੱਥੇ ਕਰਾਚੀ ਇਹਨਾਂ ਦਾ ਘਰ ਹੈ, ਉੱਥੇ ਵੀ ਅੱਗੇ ਤਾਲਾ ਲੱਗਿਆ। ਉਹਨਾਂ ਪੁੱਛਿਆ ਵੀ ਕੀ ਗੱਲ ਆ ਕੁੜੀਏ, ਕੋਈ ਟੈਲੀਫੋਨ ਨੰਬਰ ਸ਼ੰਬਰ ਕੋਈ ਨਹੀਂ? ਕਹਿੰਦੇ ਨਹੀਂ ਮੇਰੇ ਕੋਲ ਕੋਈ ਨਹੀਂ ਟੈਲੀਫੋਨ ਨੰਬਰ, ਮੇਰੇ ਤੇ ਬੜਾ ਜ਼ੁਲਮ ਕੀਤਾ ਨੇ, ਮੈਨੂੰ ਬੜਾ ਮਾਰਿਆ ਨੇ ਉੱਥੇ, ਜਿਸ ਵਜ੍ਹਾ ਤੋਂ ਜਿਹੜਾ ਮੈਂ ਉਹ ਘਰ ਛੱਡ ਕੇ ਆਈ ਹਾਂ। ਉਹਨਾਂ ਆਖਿਆ ਤੂੰ ਟੈਨਸ਼ਨ ਨਾ ਲੈ, ਚੱਲ ਇੱਕ ਦਿਨ ਨੂੰ ਨਹੀਂ 2 ਦਿਨ ਨੂੰ ਜਿਹੜਾ ਤੇਰੇ ਘਰ ਦੇ ਆ ਜਾਣਗੇ ਫਿਰ ਤੂੰ ਘਰ ਲੱਗੀ ਜੀ। ਕਹਿੰਦੇ ਚਲੋ ਠੀਕ ਹੈ। ਕਹਿੰਦਾ ਹੁਣ ਬੀਵੀ ਮੇਰੀ ਨੇ ਆਖਿਆ ਲੈ ਮੇਰੇ ਕੱਪੜੇ ਛੱਪੜੇ ਜਿਹੜੇ ਹੈ ਨਹੀਂ ਜਿਹੜੇ ਪਾਣੇ ਨਹੀਂ ਪਾ ਲੈ, ਆਪਣੇ ਚੇਂਜ ਕਰ ਲੈ। ਕਹਿੰਦਾ ਰੋਟੀ ਛੋਟੀ ਉਹਨੂੰ ਖਵਾ ਲਈ। ਕਹਿੰਦਾ ਬਹਰਹਾਲ ਉਹ ਜਿਹੜੀਆਂ ਮੇਰੇ ਸਾਹਮਣੇ ਜਿਸ ਟਾਈਮ ਹੀ ਆਉਂਦੀ ਸੀ ਨਕਾਬ 'ਚ ਆਉਂਦੀ ਸੀ। ਕਹਿੰਦਾ ਮੇਰਾ ਦਿਲ ਇਹ ਕਰਦਾ ਸੀ ਕਿ ਇੱਕ ਵਾਰੀ ਨਕਾਬ ਲਾਏ। ਕਹਿੰਦਾ ਬਹਰਹਾਲ ਉਹ ਜਿਹੜਾ ਨਾ ਅੱਗੋਂ ਕਾਰ 'ਚ ਕਮਰੇ ਵੀ ਕਹਿੰਦਾ 2 ਹੀ ਨੇ। ਫਿਰ ਇੰਝ ਕੀਤਾ ਮੈਂ ਬੀਵੀ ਨੂੰ ਆਖਿਆ ਕਿ ਤੂੰ ਇੰਝ ਕਰ ਇਹਨੂੰ ਆਪਣੇ ਕੋਲ ਸਵਾਲ ਲੈ। ਕਹਿੰਦਾ ਬੀਵੀ ਨੇ ਫਿਰ ਉਹਨੂੰ ਆਪਣੇ ਕੋਲ ਸਵਾਲ ਲਿਆ।
ਤੇ ਕਹਿੰਦਾ ਮੇਰਾ ਇਹ ਦਿਲ ਕਰਦਾ ਸੀ ਕਿ ਰਾਤੀ ਉੱਠ ਕੇ ਨਾ ਮੈਂ ਇੱਕ ਵਾਰੀ ਉਹਦੇ ਕੋਲ ਜਾ ਕੇ ਕਿਸੇ ਨਾ ਕਿਸੇ ਬਹਾਨੇ ਕਹਿੰਦਾ 2-4 ਵਾਰੀ ਜਿਹੜਾ ਨਾ ਮੈਂ ਉਹਨਾਂ ਦੇ ਕਮਰੇ 'ਚ ਗਿਆ। ਕਹਿੰਦਾ ਪਹਿਲਾਂ ਤੇ ਦਰਵਾਜ਼ਾ ਖੁੱਲ੍ਹਿਆ ਹੁੰਦਾ ਸੀ, ਕਹਿੰਦਾ ਮੈਂ ਸਿੱਧਾ ਅੰਦਰ ਟੁਰ ਜਾਂਦਾ ਸੀ ਤੇ ਜਾ ਕੇ ਮੈਂ ਪਾਣੀ ਪੀਣਾ। ਅਕਸਰ ਮੇਰਾ ਇਹ ਦਿਲ ਹੁੰਦਾ ਸੀ ਕਿ ਬੀਵੀ ਉੱਠ ਕੇ ਜਾਏ ਤੇ ਮਗਰੋਂ ਇਹਦੇ ਨਾਲ ਕੋਈ ਗੱਲਬਾਤ ਕਰਾਂ। ਕਹਿੰਦਾ ਮੈਂ ਕੋਸ਼ਿਸ਼ ਸਿਰ ਗੱਲਬਾਤ ਦੀ ਕਰਦਾ ਸਾਂ, ਉਹ ਮੇਰੇ ਨਾਲ ਘੱਟ ਹੀ ਗੱਲਬਾਤ ਕਰਦੀ ਸੀ। ਕਹਿੰਦਾ ਬੀਵੀ ਪਾਣੀ ਲੈ ਬਾਅਦ 'ਚ ਮੈਨੂੰ ਕਹਿੰਦੀ ਹੈ ਕਿ ਤੁਸੀਂ ਰਾਤੀ ਕਮਰੇ 'ਚ ਨਾ ਆਵਿਆ ਕਰੋ ਇਸ ਤਰ੍ਹਾਂ, ਤੇ ਇਹ ਚੰਗਾ ਨਹੀਂ ਲੱਗਦਾ। ਕਹਿੰਦਾ ਬਹਰਹਾਲ ਉਹ ਅੱਗੂ ਨਾ ਕਮਰੇ ਦੀ ਕੁੰਡੀ ਲਾ ਕੇ ਲੰਮੇ ਪੈਣ ਲੱਗ ਪਏ। ਕਹਿੰਦਾ ਉਹ ਕੁੜੀ ਜਿਹੜੀ ਹੈ ਸਾਡੇ ਘਰ ਤੇ ਚੰਗੀ ਭਲੀ ਕੁੱਲ ਮਿਲ ਗਈ। ਕਹਿੰਦਾ ਅੱਗੂ ਹੋਇਆ ਜੀ ਕਿ ਜਿਹੜੇ ਆਂਢ ਗੁਆਂਢ ਨੇ ਨਾ ਉਹਨਾਂ ਦੇ ਘਰਾਂ 'ਚ ਵੀ ਜਾਣ ਲੱਗ ਪਈ। ਅਸੀਂ ਆਂਦੇ ਕਿ ਯਾਰ ਇਹ ਆਈ ਸਾਡੇ ਘਰ ਹੈ। ਕਹਿੰਦਾ 2-3 ਵਾਰੀ ਉਹਦੇ ਆਪਣੇ ਜ਼ਾਤੀ ਘਰ ਉੱਥੇ ਖੜਿਆ, ਫਿਰ ਜਾ ਕੇ ਤੱਕਦੇ ਸਾਂ ਤਾਲਾ ਲੱਗਿਆ ਹੁੰਦਾ ਸੀ। ਕਹਿੰਦਾ ਆਂਢੀ ਗੁਆਂਢੀਆਂ ਦੇ ਘਰ ਜਾ ਕੇ ਉੱਥੇ ਬਹਿ ਰਹਿੰਦੀ ਸੀ 4-4 ਘੰਟੇ 5-5 ਘੰਟੇ, ਵਾਪਸ ਹੀ ਕੋਈ ਨਹੀਂ ਸੀ ਆਉਂਦੀ। ਕਹਿੰਦਾ ਹੋਰ ਛੱਡ ਕੇ ਇੱਕ ਮੁੰਡਾ ਹੈ ਸਾਡੇ ਗੁਆਂਢ, ਕਹਿੰਦਾ ਚੰਗਾ ਸੋਹਣਾ ਵੀ, ਕਹਿੰਦਾ ਉਹਦੇ ਕੋਲ ਟੁਰ ਜਾਂਦੀ ਸੀ। ਉਹਦੇ ਮਾਪਿਓ ਦੇ ਘਰ ਹੀ ਕੋਈ ਨਹੀਂ ਸੀ ਹੁੰਦੇ, ਉਹ ਬਹਿ ਕੇ ਉੱਥੇ ਤੇ ਬੜੀ ਦੇਰ ਬਾਅਦ ਆਉਂਦੀ ਸੀ। ਅਸੀਂ ਕਹਿੰਦੇ ਇਹ ਕਿਹਨੂੰ ਅਸੀਂ ਘਰ ਲੈ ਆਂਦਾ ਵੀ ਇਹ ਤੇ ਕਦੇ ਇੱਧ ਟੁਰ ਜਾਂਦੀ ਹੈ ਕਦੇ ਉਹਦੇ ਟੁਰ ਜਾਂਦੀ ਹੈ। ਕਹਿੰਦੇ ਅੰਮੀ ਮੇਰੇ ਕਹਿੰਦੇ ਨੇ ਕਿ ਕੁੜੀ ਲੱਗਦਾ ਕੋਈ ਸਹੀ ਕਰੈਕਟਰ ਦੀ ਨਹੀਂ ਹੈ ਜਿਹੜਾ ਤੁਸੀਂ ਇਹਨੂੰ ਘਰ ਰੱਖੇ ਹੈ, ਬਾਰ-ਬਾਰ ਕਦੇ ਅੱਧ ਟੁਰ ਜਾਂਦੀ ਹੈ। ਅੰਮੀ ਕਹਿੰਦੇ ਨੇ ਕੁੜੀਏ ਤੂੰ ਇੰਝ ਕਰ, ਚੁੱਪ ਕਰਕੇ ਜਾ ਕੇ ਵਾਪਸ ਪਿੰਡੀ ਟੁਰ ਜਾ ਜਾਂ ਆਪਣੇ ਘਰ ਦਾ ਪਤਾ ਕਰ, ਅਸੀਂ ਤੈਨੂੰ ਹੋਰ ਨਹੀਂ ਰੱਖ ਸਕਦੇ। ਕਹਿੰਦਾ ਜਿਸ ਵੇਲੇ ਉਹਨਾਂ ਗੁੱਸਾ ਕੀਤਾ ਨਾ ਤੇ ਹੋਇਆ ਇੰਝ, ਕਹਿੰਦਾ ਫਿਰ ਪਤਾ ਹੀ ਨਾ ਲੱਗਾ ਘਰੋਂ ਜਿਹੜਾ ਸਾਰੇ ਘਰ ਦੀ ਸਫਾਈ ਕਰਕੇ ਨਾ ਤੇ ਉਹ ਗਾਇਬ ਹੋ ਗਈ। ਤੁਸੀਂ ਇਹ ਸੋਚਦੇ ਹੋਵੋ ਕਿ ਸ਼ਾਇਦ ਉਹ ਚੋਰੀ ਕਰਕੇ ਤੇ ਨਿਕਲ ਗਈ। ਕਹਿੰਦਾ ਬਹਰਹਾਲ ਉਹ ਚੋਰੀ ਜੋ ਵੀ ਹੋਇਆ ਉਹਨੇ ਜ਼ੇਵਰ ਸ਼ੇਵਰ ਜੋ ਵੀ ਹੈ ਕਹਿੰਦਾ ਲੈ ਕੇ ਉਹ ਗਈ, ਨਿਕਲ ਗਈ। ਕਹਿੰਦਾ ਜਿਸ ਨਿਕਲ ਗਈ ਅਸਾਂ ਜਾ ਕੇ ਪੁਲਿਸ 'ਚ ਰਿਪੋਰਟ ਕਰਾਈ। ਕਹਿੰਦਾ ਪੁਲਿਸ 'ਚ ਜਿਸ ਰਿਪੋਰਟ ਕਰਾਈ ਹੈ, ਪੁਲਿਸ ਜਿਹੜੀ ਆ ਕੇ ਇਨਕੁਆਇਰੀ ਕਰਨ ਲੱਗ ਪਈ। ਸਾਡੇ ਘਰ ਆ ਕੇ ਪੁੱਛਣੇ ਵੀ ਤੁਸੀਂ ਇਸ ਤਰ੍ਹਾਂ ਕੁੜੀ ਸੀ ਕੋਈ ਤੇ ਤੁਸੀਂ ਕਿਉਂ ਰੱਖਿਆ ਜਦੋਂ ਤੁਹਾਡੀ ਜਾਣ ਪਛਾਣ ਨਹੀਂ ਸੀ। ਕਹਿੰਦਾ ਬਹਰਹਾਲ ਅਸੀਂ ਆਖਿਆ ਸਾਡੇ ਕੋਲੋਂ ਗਲਤੀ ਹੋ ਗਈ ਹੈ। ਕਹਿੰਦਾ ਅੰਦਰੋਂ ਇਹ ਤਾਂ ਨਹੀਂ ਸੀ ਨਾ ਮੈਂ ਦੱਸਦਾ ਕਿ ਮੈਨੂੰ ਇਹਦੇ ਤੇ ਬੜਾ ਤਰਸ ਆਇਆ ਜਾਂ ਮੈਂ ਇਹਦੇ ਇਸ਼ਕ 'ਚ ਹੋ ਗਏ ਅਸਾਂ। ਕਹਿੰਦਾ ਅਸੀਂ ਆਖਿਆ ਬਸ ਉਹ ਤਰਸ ਆ ਗਿਆ ਤੇ ਕੱਲੀ ਬੱਚੀ ਹੈ ਤੈਨੂੰ ਘਰ ਲੈ। ਉਹਨਾਂ ਆਖਿਆ ਬੇਵਕੂਫੋ ਤੁਹਾਨੂੰ ਪਤਾ ਅੱਜ ਕੱਲ੍ਹ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ, ਤੁਹਾਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਆਖਿਆ ਸਰ ਸਾਨੂੰ ਨਹੀਂ ਸੀ ਪਤਾ, ਲੇਕਿਨ ਨਾ ਉਹਨਾਂ ਆਖਿਆ ਜੀ ਕਿਹਦੇ ਘਰ ਇੱਥੇ ਜਾਂਦੀ ਰਹੀ ਹੈ। ਉਹਨਾਂ ਜਨਾਬ ਗਏ ਨਾਲ ਵਾਲਿਆਂ ਦੇ ਗਏ, ਉਹਨਾਂ ਜਾ ਕੇ ਗੱਲਬਾਤ ਕੀਤੀ, ਦੂਸਰੇ ਘਰ ਗਏ ਉਹਨਾਂ ਦੇ ਗੱਲਬਾਤ ਕੀਤੀ। ਉਹਨਾਂ ਆਖਿਆ ਹੋਰ ਕਿਹਦੇ ਘਰ ਜਾਂਦੇ, ਉਹਨਾਂ ਆਖਿਆ ਜੀ ਇਹ ਮੁੰਡਾ ਇੱਕ ਉਹਦੇ ਘਰ ਜਾਂਦੀ ਰਹੀ ਹੈ। ਉਹ ਜਨਾਬ ਮੁੰਡੇ ਦਾ ਪਤਾ ਕੀਤਾ, ਉਹਨੂੰ ਜਾ ਕੇ ਇਨਕੁਆਇਰੀ ਕੀਤੀ ਉਹਨੂੰ ਜਿਸ ਵੇਲੇ ਫੜ ਕੇ ਖੜੇ ਉਹਨੇ ਨਾ ਉਹਨੇ ਜਾ ਕੇ 2 ਲਿੱਤਰ ਮਾਰੇ ਨਾ ਪੁਲਿਸ ਨੇ। ਉਹਨੇ ਆਖਿਆ ਆ ਵੇ ਦੱਸ ਤੇਰੇ ਕੋਲ ਆ ਕੇ ਬਹਿੰਦੀ ਰਹੀ ਹੈ, ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੋਣਾ। ਉਹਨੇ ਆਖਿਆ ਜੀ ਸਰ ਮੈਨੂੰ ਪਤਾ ਹੈ, ਨਾਲੇ ਉਹ ਕੁੜੀ ਨਹੀਂ ਸੀ ਹੈ ਉਹ ਸੀ ਮੁੰਡਾ। ਉਹਨਾਂ ਆਖਿਆ ਕਿਸ ਤਰ੍ਹਾਂ ਹੋ ਸਕਦਾ ਉਹ ਮੁੰਡਾ ਸੀ। ਉਹਨਾਂ ਆਖਿਆ ਬਿਲਕੁਲ ਸਰ ਉਹ ਮੁੰਡਾ ਸੀ, ਉਹ ਇੱਥੇ ਮੇਰੇ ਕੋਲ ਆ ਕੇ ਬਹਿੰਦਾ, ਮੈਨੂੰ ਪਤਾ ਲੱਗ ਗਿਆ ਸੀ, ਮੈਂ ਆਪੂ ਉਹਦੇ ਨਾਲ ਢੇਰ ਹਰਕਤਾਂ ਕਰ ਬੈਠਾ ਇੱਥੇ ਤੇ ਮੈਂ ਅਗੂ ਤਾਂ ਵਾਸਤੇ ਚੁੱਪ ਕਰ ਗਿਆ। ਉਹਨੇ ਆਖਿਆ ਕਿਸੇ ਨੂੰ ਦੱਸੀ ਨਾ ਵੀ, ਕਹਿੰਦਾ ਮੈਨੂੰ ਪਤਾ ਲੱਗ ਗਿਆ ਸੀ ਕਿ ਇਹ ਮੁੰਡਾ ਹੈ। ਕਹਿੰਦਾ ਨੇ ਮੇਕਅਪ ਸ਼ਾਪ ਜਾਂ ਚਿਹਰਾ ਇਸ ਤਰ੍ਹਾਂ ਦਾ ਰੱਖਿਆ ਸੀ, ਪਤਾ ਨਹੀਂ ਲੱਗਦਾ ਕਿ ਉਹ ਕੁੜੀ ਉਹਨੇ ਵਿਗ ਲਾਈ ਸੀ। ਕਹਿੰਦਾ ਜਿਸ ਵੇਲੇ ਮੇਰੇ ਘਰ ਪਤਾ ਲੱਗਾ ਮੈਨੂੰ ਕਿ ਉਹ ਤੇ ਮੁੰਡਾ ਸੀ, ਕਹਿੰਦਾ ਮੈਂ ਆਪਣੀ ਬੀਵੀ ਵੱਲ ਤੱਕਾਂ ਗੌਰ ਨਾਲ ਬਈ ਇਹ ਤੇ ਰਾਤੀ ਕਮਰੇ 'ਚ ਲੈ ਕੇ ਇਹਨੂੰ ਸੌਂਦੀ ਰਹੀ ਹੈ, ਅੰਦਰੋਂ ਕੁੰਡੀ ਲਾਉਂਦੀ ਰਹੀ ਹੈ। ਕਹਿੰਦਾ ਮੈਂ ਆਪਣੀ ਬੀਵੀ ਨੂੰ ਸਾਈਡ 'ਤੇ ਖੜ ਕੇ ਪੁੱਛਿਆ, ਮੈਂ ਕਿਹਾ ਤੂੰ ਤੇ 7-8 ਵਜੇ ਜਾ ਕੇ ਕਮਰੇ 'ਚ ਕੁੰਡੀ ਲਾ ਲੈਂਦੀ ਸੀ, ਸਵੇਰ 6-7 ਵਜੇ ਜਾ ਖੋਲਦੀ ਸੀ, ਭਲਾ ਕੋਈ ਕਮਰੇ 'ਚ ਨਾ ਆ ਜੇ ਤੁਸੀਂ ਨਾ ਆਵਿਆ ਕਰੋ। ਹੁਣ ਤੂੰ ਮੈਨੂੰ ਸੱਚੀ ਗੱਲ ਦੱਸ ਤੇਰੇ ਨਾਲ ਕੀ ਕਰਦਾ ਰਿਹਾ ਉਹ। ਕਹਿੰਦਾ ਮੇਰੇ ਨਾਲ ਕੀ ਕਰਨਾ ਸੂ, ਮੈਂ ਪਹਿਲੇ ਇੱਕ ਦਿਨ ਜਿਹੜਾ ਮੈਂ ਤਾਂ ਇੱਕ ਵਾਰੀ ਡਰ ਗਈ ਸਾਂ ਜਿਸ ਵੇਲੇ ਮੇਰੇ ਕੋਲ ਜਾ ਕੇ ਤੁਸੀਂ ਲੰਮਾ ਪਾਇਆ ਨਾ ਵੀ ਆਪਣੇ ਕੋਲ ਲੰਮਿਆ ਪਾ ਲੈ, ਮੈਂ ਪਹਿਲਾਂ ਜਿਹੜਾ ਡਰ ਗਈ ਸਾਂ, ਲੇਕਿਨ ਫਿਰ ਮੇਰਾ ਵੀ ਦਿਮਾਗ ਜਿਹੜਾ ਉਹ ਭਟਕ ਗਿਆ। ਮੁੰਡਾ ਇਹ ਜਵਾਨ ਹੈ ਤੇ ਮੇਰੇ ਕੋਲ ਸੌਂਦਾ ਰਿਹਾ ਤੇ ਮੈਂ ਜਿਹੜਾ ਫਿਰ ਉਹਦੇ ਨਾਲ ਕੰਮ ਚੱਲਦਾ ਰਿਹਾ ਮੇਰਾ। ਉਹਨਾਂ ਆਖਿਆ ਜਾ ਤੇਰਾ ਕੱਖ ਨਾ ਰਵੇ, 7-8 ਦਿਨ ਇੱਥੇ ਰਹੀ ਹੈ ਤੇ 7-8 ਦਿਨ ਤੂੰ ਲਗਾਤਾਰ ਇਕੱਠੀ ਸੌਂਦੀ ਰਹੀ ਉਹਦੇ ਨਾਲ। ਉਹਨੇ ਆਖਿਆ ਮੇਰੀ ਕੀ ਗਲਤੀ ਹੈ, ਤੁਸੀਂ ਆਪੂ ਇਹਨੂੰ ਕੋਲ ਸਵਾਲਿਆ ਸੀ। ਉਸ ਤੋਂ ਬਾਅਦ ਜਨਾਬ ਉਹਨੇ ਇਹ ਦੱਸਿਆ ਕਿ ਮੇਰਾ ਸਾਰਾ ਜ਼ੇਵਰ ਵੀ ਉਹ ਲੈ ਗਿਆ। ਮੁੰਡਾ ਜਿਹੜਾ ਉਹਨੂੰ ਜ਼ਨਾਨੀ ਨੂੰ ਪਤਾ ਸੀ, ਕਹਿੰਦਾ ਮੇਰਾ ਸਾਰਾ ਜ਼ੇਵਰ ਵੀ ਉਹ ਲੈ ਗਿਆ। ਉਸ ਤੋਂ ਬਾਅਦ ਜਿਹੜੇ ਅਕਾਊਂਟ 'ਚ ਪੈਸੇ ਸੀ ਉਹ ਵੀ ਮੈਂ ਕੱਢ ਕੇ ਤੇ ਇਹਨੂੰ ਦੇ ਦਿੱਤੇ। ਜਣਾ ਬਹਿ ਕੇ ਪਿੱਟਣ ਲੱਗ ਪਿਆ। ਉਹਨੇ ਆਖਿਆ ਮੈਂ ਬਾਹਰ ਤੇ ਰੱਜ ਪੈਸਾ ਕਮਾ ਕੇ ਮੈਂ ਮਰ ਗਿਆ ਤੇ ਤੂੰ ਸਾਰਾ ਪੈਸਾ ਜਿਹੜਾ ਇੱਥੇ ਡਾਹ ਦਿੱਤਾ। ਉਹਨੇ ਆਖਿਆ ਮੈਨੂੰ ਨਹੀਂ ਪਤਾ ਲੱਗਾ, ਮੇਰੀਆਂ ਅੱਖਾਂ ਭਾਵੇਂ ਮੈਨੂੰ ਪਿਆਰ ਹੀ ਇੰਨਾ ਕਰਦਾ ਸੀ, ਤੁਹਾਡੇ ਤੋਂ ਵੀ ਜ਼ਿਆਦਾ ਕਰਦਾ ਸੀ, ਮੈਨੂੰ ਸਮਝ ਨਹੀਂ ਆਈ, ਜੋ ਪੁੱਛਦਾ ਗਿਆ ਮੈਂ ਉਹਨੂੰ ਦੱਸਦੀ ਗਈ ਹਾਂ। ਉਹਨਾਂ ਆਖਿਆ ਉਹ ਪੁਲਿਸ ਵਾਲੇ ਕਹਿੰਦੇ ਨੇ ਤੁਸੀਂ ਤਾਂ ਬਹੁਤ ਵੱਡੀ ਬੇਵਕੂਫੀ ਕਰ ਬੈਠੇ ਹੋ, ਅਕਲ ਦੇ ਉਹਨੇ ਹੋ, ਤੁਸੀਂ ਤੇ ਆਪਣਾ ਸਾਰਾ ਘਰ ਵੀ ਲੁਟਾ ਦਿੱਤਾ, ਇੱਜ਼ਤ ਵੀ ਲੁਟਾ ਦਿੱਤੀ ਹੈ। ਉਹ ਜਨਾਬ ਬੀਵੀ ਕਹਿੰਦੀ ਹੈ ਕਿ ਸਾਰੀ ਗਲਤੀ ਜਨਾਬ ਮੇਰੇ ਹਾਵਨ ਦੀ ਹੈ। ਮੇਰਾ ਹਾਵਨ ਜਿਹੜਾ ਨਾ ਉਹ ਕੁੜੀ ਵੱਲ ਤੱਕੀ ਜਾਂਦਾ ਆ ਤੇ ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦਾ ਆ। ਮੈਂ ਤੇ ਕਾਫੀ ਇਹਨਾਂ ਨੂੰ ਆਖਿਆ ਉੱਥੇ ਪਿੰਡੀ ਸਟੇਸ਼ਨ 'ਤੇ ਵੀ ਕਿ ਰਹਿਣ ਦਿਓ ਇਹਨੂੰ ਇਹਦੇ ਹਾਲ 'ਤੇ, ਲੇਕਿਨ ਉਹ ਜਿਹੜਾ ਲੁੱਟਣ ਵਾਲਾ ਸੀ ਚੋਰੀ ਕਰਕੇ ਚੰਗਾ ਭਲਾ, ਪੁਲਿਸ ਵਾਲੇ ਕਹਿੰਦੇ ਨੇ ਵੱਡਾ ਗਰੁੱਪ ਹੈ,
ਇਹ ਅੱਗੇ ਵੀ ਕਰਾਚੀ ਬੜੇ ਬੰਦਿਆਂ ਨੂੰ ਲੁੱਟ ਚੁੱਕੇ ਨੇ। ਭਲਾ ਕੁੜੀ ਬਣ ਕੇ ਆਉਂਦੇ ਨੇ, ਪਤਾ ਨਹੀਂ ਲੱਗਦਾ ਕੁੜੀ ਹੈ ਜਾਂ ਮੁੰਡਾ ਹੈ। ਤੇ ਹੋਰ ਜਾ ਕੇ ਪਿੰਡੀ ਲੋਰੂ ਬੜੀਆਂ ਜਗ੍ਹਾ ਤੋਂ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਤੇ ਤੁਸੀਂ ਇਹਨਾਂ ਦੇ ਫਰਾਡ 'ਚ ਆ ਗਏ ਹੋ। ਤੁਹਾਡੀ ਇੱਜ਼ਤ ਵੀ ਉਹ ਲੈ ਗਏ ਨੇ। ਉਹ ਕਹਿੰਦਾ ਮੈਂ ਪਿੱਟ ਕੇ ਕਹਿੰਦਾ ਮੈਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਤੱਕਦਾ ਸਾਂ, ਲੇਕਿਨ ਮੇਰੇ ਨਾਲ ਜਿਹੜਾ ਹੋ ਗਿਆ ਕਹਿੰਦਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਕਹਿੰਦਾ ਮੈਂ ਕਿਸ ਤਰ੍ਹਾਂ ਹੁਣ ਆਪਣੀ ਜਨਾਨੀ ਨੂੰ ਛੱਡ ਸਕਦਾ ਸਾਂ। ਮੈਂ ਆਪੂ ਬਜ਼ਾਤੇ ਖੁਦ ਨੂੰ ਆਪਣੇ ਘਰ ਲੈ ਕੇ ਆਇਆ ਸਾਂ। ਕਹਿੰਦਾ ਸਭ ਕੁਝ ਲੁੱਟਿਆ ਗਿਆ, ਜੋ ਪਰਦੇਸ਼ ਕਮਾਇਆ ਸੀ ਉਹ ਵੀ ਲੈ ਗਿਆ, ਸੋਨਾ ਵੀ ਸਾਰਾ ਲੈ ਗਿਆ। ਕਹਿੰਦਾ 2-3 ਗੁਆਂਢੀਆਂ ਦੇ ਘਰੋਂ ਵੀ ਲੁੱਟ ਕੇ ਲੈ ਗਿਆ। ਕਹਿੰਦਾ ਬਸ ਸਾਡੇ ਪੱਲੇ ਤੇ ਕੱਖ ਨਾ ਰਿਹਾ। ਕਹਿੰਦਾ ਅੱਬਾ ਜੀ ਮਾਰ ਦੇਣ ਜੁੱਤੀਆਂ, ਜਾ ਬੇਵਕੂਫਾ ਕੀ ਕਰ ਬੈਠੇ, ਇੱਜ਼ਤ ਵੀ ਗਵਾਈ ਆ ਤੇ ਦੌਲਤ ਵੀ ਗਵਾਈ ਆ। ਇਸ ਵਾਸਤੇ ਇਹਤਿਆਤ ਕਰਨੀ ਚਾਹੀਦੀ ਹੈ। ਅਗਰ ਤੁਸੀਂ ਸ਼ਾਦੀशुदा ਤੇ ਇਹਤਿਆਤ ਕਰੋ, ਇੰਜ ਨਾ ਕਰਿਆ ਕਰੋ, ਕਿਉਂਕਿ ਜੇ ਤੁਸੀਂ ਕਰੋਗੇ ਤਾਂ ਤੁਹਾਨੂੰ ਇਹਦਾ ਅੰਜਾਮ ਵੀ ਭੁਗਤਣਾ ਪੈ ਸਕਦਾ ਹੈ। ਇਹ ਹੈ। ਬਾਕੀ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ। ਮੈਂ ਹਮੇਸ਼ਾ ਤੁਹਾਨੂੰ ਇਹ ਕਹਿੰਦਾ ਕਿ ਆਪਣੀ ਸਿਹਤ ਦਾ ਲਾਜ਼ਮੀ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਕੋਈ ਛੋਟੀ ਮੋਟੀ ਗਲਤੀ ਹੋ ਜੇ ਤੇ ਮਾਫੀ ਚਾਹਨਾ। ਅੱਲਾ ਹਾਫਿਜ਼।